ਹੈਲੋ ਸਟੂਡੈਂਟਸ। ਅੱਜ ਮੈਂ ਸ਼ਹੀਦ ਕਹਾਣੀ ਦਾ ਸੈਕਿੰਡ ਪਾਰਟ ਬਣਾ ਰਹੀ ਹਾਂ। ਫਸਟ ਜਿਹੜਾ ਆ ਪੇਜ ਨੰਬਰ 68 ਤੇ ਸਮ ਅਪ ਕੀਤਾ ਸੀ, ਜਿਹਦੇ ਵਿੱਚ ਭਾਰਤ ਤੇ ਪਾਕਿਸਤਾਨ ਦੇ ਦਰਮਿਆਨ ਹੋਈਆਂ ਦੋ ਲੜਾਈਆਂ ਦਾ ਜ਼ਿਕਰ ਸੀ। ਔਰ ਅੱਜ ਜਿਹੜਾ ਆ ਪੇਜ ਨੰਬਰ 69 ਤੋਂ ਸਟਾਰਟ ਕਰ ਰਹੀ ਹਾਂ। ਦੋਵਾਂ ਦੇਸ਼ਾਂ ਦੇ ਹਜ਼ਾਰਾਂ ਬਹਾਦਰ ਮਾਰੇ ਗਏ। ਇੱਕ ਦੇ ਬਹਾਦਰ ਦੂਜੇ ਦੇਸ਼ ਦੇ ਕਾਫਰ ਬਣੇ ਤੇ ਦੂਜੇ ਦੇਸ਼ ਦੇ ਕਾਫਰ ਪਹਿਲੇ ਲਈ ਮੁਜਾਹਿਦ ਹੁੰਦਾ ਧਰਮ ਦੇ ਰਸਤੇ ਤੇ ਚੱਲਣ ਵਾਲੇ। ਸੋ ਜਿਹੜਾ ਸੀ ਹੋਇਆ ਕਿ ਜਦੋਂ ਭਾਰਤ ਤੇ ਪਾਕਿਸਤਾਨ ਦੇ ਦਰਮਿਆਨ ਲੜਾਈਆਂ ਹੋਈਆਂ ਨਾ, ਤਾਂ ਇਹਦੇ ਵਿੱਚ ਦੋਵਾਂ ਦੇਸ਼ਾਂ ਦੇ ਬਹੁਤ ਸਾਰੇ ਬਹਾਦਰ ਜਿਹੜੇ ਸੀ ਉਹ ਮਾਰੇ ਗਏ। ਔਰ ਇੱਕ ਦੇ ਜਿਹੜੇ ਬਹਾਦਰ ਸੀ ਉਹ ਦੂਜੇ ਦੇ ਲਈ ਕੀ ਬਣ ਗਏ? ਕਾਫਰ। ਤੇ ਦੂਜੇ ਦੇ ਕਾਫਰ ਜਿਹੜੇ ਸੀ ਪਹਿਲੇ ਲਈ ਮੁਜਾਹਿਦ, ਧਰਮ ਦੇ ਰਸਤੇ ਤੇ ਚੱਲਣ ਵਾਲੇ ਸੀ। ਮੇਰੇ ਪੁੱਤਰ ਨੇ ਰੇਡੀਓ ਤੇ ਟੀਵੀ ਤੇ ਇਹ ਸਾਰਾ ਸੱਚ ਝੂਠ ਸੁਣਿਆ ਸੀ, ਇਸ ਲਈ ਉਹਦੇ ਜ਼ਿਹਨ ਵਿੱਚ ਬਹਾਦਰ ਤੇ ਕਾਫਰ ਦਾ ਭੇਦ ਹੱਲ ਨਹੀਂ ਸੀ ਹੋ ਰਿਹਾ। ਲੜਾਈ ਦੇ 19 ਦਿਨੀ ਹੀ ਇੱਕ ਹੋਰ ਅਜੀਬ ਘਟਨਾ ਘਟੀ ਸੀ। ਗੁਆਂਢੀ ਦੇਸ਼ ਮਤਲਬ ਪਾਕਿਸਤਾਨ ਅਚਾਨਕ ਹੁਸੈਨੀ ਵਾਲਾ ਸਰਹੱਦ ਤੇ ਹਮਲਾ ਕਰਕੇ ਉੱਥੋਂ ਦਾ ਕੁਝ ਖੇਤਰ ਆਪਣੇ ਕਬਜ਼ੇ ਵਿੱਚ ਕਰ ਲਿਆ। ਸੋ ਕਹਿੰਦੇ ਕਿ ਜਿਹੜਾ ਭਾਰਤ ਤੇ ਪਾਕਿਸਤਾਨ ਦੀ ਲੜਾਈ ਦੇ ਦਰਮਿਆਨ ਜਿੰਨੀਆਂ ਵੀ ਰੇਡੀਓ ਤੇ ਟੈਲੀਵਿਜ਼ਨ ਦੇ ਉੱਪਰ ਸੱਚੀਆਂ ਝੂਠੀਆਂ ਖਬਰਾਂ ਸੀ ਨਾ, ਉਹ ਸਾਰੀਆਂ ਲੇਖਕ ਦੇ ਮੁੰਡੇ ਨੇ ਆਪਣੇ ਕੰਨੀ ਸੁਣੀਆਂ ਸੀ। ਔਰ ਹਜੇ ਤੱਕ ਵੀ ਉਹਦੇ ਅੰਦਰ ਜਿਹੜਾ ਬਹਾਦਰ ਦਾ ਤੇ ਕਾਫਰ ਦਾ ਫਰਕ ਸੀਗਾ ਨਾ, ਉਹ ਹੱਲ ਨਹੀਂ ਸੀ ਹੋ ਪਾਇਆ। ਔਰ ਇਹ ਤਾਂ ਹਜੇ ਭੇਤ ਹੱਲ ਹੋਇਆ ਹੀ ਨਹੀਂ ਸੀ ਕਿ ਇੱਕ ਘਟਨਾ ਹੋਰ ਵਾਪਰੀ ਕਿ ਪਾਕਿਸਤਾਨ ਨੇ ਜਿਹੜਾ ਸੀ ਨਾ ਸਾਡੇ ਹੁਸੈਨੀ ਵਾਲਾ ਬਾਰਡਰ ਦੇ ਖੇਤਰ ਦੇ ਉੱਪਰ ਹਮਲਾ ਕੀਤਾ। ਔਰ ਉਸ ਹਮਲੇ ਦੇ ਵਿੱਚ ਜਿਹੜਾ ਹੈ ਨਾ, ਉਹ ਸਾਡੇ ਸਰਹੱਦ ਦਾ ਕੁਝ ਹਿੱਸਾ ਆਪਣੇ ਕਬਜ਼ੇ ਦੇ ਵਿੱਚ ਕਰਨ ਦੇ ਵਿੱਚ ਕੀ ਹੋ ਗਿਆ? ਸਫਲ ਹੋ ਗਿਆ। ਕਾਫੀ ਬਚਾਓ ਹੋ ਗਿਆ ਸੀ, ਪਰ ਉਹ ਹੁਸੈਨੀ ਵਾਲਾ ਵਿੱਚ ਲੱਗੇ ਸ਼ਹੀਦਾਂ ਦੇ ਬੁੱਤ ਚੱਕ ਕੇ ਲਾਹੌਰ ਲੈ ਗਏ ਸੀ। ਕਹਿੰਦੇ ਕਿ ਹੋਇਆ ਕਿ ਬਰਾਬਰ ਦੀ ਟੱਕਰ ਹੋਈ। ਸਾਡੇ ਬਹਾਦਰਾਂ ਨੇ ਵੀ ਜਿਹੜਾ ਸੀ ਪੂਰੀ ਕੋਸ਼ਿਸ਼ ਕੀਤੀ ਆਪਣੀ ਸਰਹੱਦ ਨੂੰ ਬਚਾਉਣ ਦੀ। ਔਰ ਪਰ ਜਿਹੜਾ ਸੀ ਨਾ, ਕੀ ਹੋਇਆ ਕਿ ਲਾਹੌਰ ਦੇ ਵਿੱਚ ਜਿਹੜੇ ਸਾਡੇ ਸ਼ਹੀਦ ਸੀਗੇ ਨਾ, ਕਿਹੜੇ ਸ਼ਹੀਦ ਸੀ? ਜਿਨ੍ਹਾਂ ਸ਼ਹੀਦਾਂ ਨੇ ਬੰਬ ਕਾਂਡ ਕਿੱਥੇ ਕੀਤਾ ਸੀ? ਅਸੈਂਬਲੀ ਦੇ ਵਿੱਚ ਬੰਬ ਸੁੱਟਿਆ ਸੀ ਉਹਨਾਂ ਨੇ। ਔਰ ਉਸ ਕਾਂਡ ਦੇ ਵਿੱਚ ਕੌਣ ਮਾਰਿਆ ਗਿਆ ਸੀਗਾ? ਜਿਹੜਾ ਹੈ ਉਹਨਾਂ ਨੇ ਸਾਂਡਰਸ ਨੂੰ ਮਾਰ ਸੁੱਟਿਆ ਸੀ। ਔਰ ਜਦੋਂ ਸਾਂਡਰਸ ਮਾਰਿਆ ਗਿਆ ਸੀ ਨਾ, ਤਾਂ ਉਹਨਾਂ ਨੂੰ ਜਿਹੜਾ ਆ ਜੇਲ੍ਹਾਂ ਦੇ ਵਿੱਚ ਡੱਕ ਦਿੱਤਾ ਗਿਆ ਸੀ। ਬਹੁਤ ਸਾਰੇ ਤਸੀਹੇ ਸਹੇ ਸਨ। ਤਸੀਹੇ ਮਤਲਬ ਜ਼ੁਲਮ। ਹੱਸ ਫਾਂਸੀ ਦੇ ਰੱਸੇ ਗਲ ਵਿੱਚ ਪਾਏ ਸਨ। ਔਰ ਅਖੀਰ ਉਹਨਾਂ ਨੂੰ ਜਿਹੜਾ ਹੈ ਨਾ ਫਾਂਸੀ ਤੇ ਲਟਕਾ ਦਿੱਤਾ ਗਿਆ ਸੀ। ਜਿਸ ਲਾਹੌਰ ਦੀ ਆਜ਼ਾਦੀ ਲਈ ਉਹਨਾਂ ਸ਼ਹਾਦਤ ਦਾ ਜਾਮ ਪੀਤਾ ਸੀ। ਤੁਹਾਨੂੰ ਇੰਨਾ ਪਤਾ ਹੈ ਨਾ ਕਿ ਜਿਹੜਾ ਹੈ ਪਹਿਲਾਂ ਭਾਰਤ ਪਾਕਿਸਤਾਨ ਅਲੱਗ ਨਹੀਂ ਸੀ, ਇਕੱਠਾ ਹੀ ਸੀ। ਜਦੋਂ ਦੇਸ਼ ਦੀ ਵੰਡ ਹੋਈ ਨਾ, ਉਦੋਂ ਇਹ ਹਿੱਸਾ ਅਲੱਗ ਹੋਇਆ ਔਰ ਲਾਹੌਰ ਜਿਹੜਾ ਸੀ ਉਹ ਪਾਕਿਸਤਾਨ ਦਾ ਹਿੱਸਾ ਬਣ ਗਿਆ, ਭਾਰਤ ਦਾ ਨਹੀਂ ਸੀ ਰਿਹਾ। ਪਰ ਜਦੋਂ ਸਾਡੇ ਭਗਤ ਸਿੰਘ ਤੇ ਉਹਦੇ ਸਾਥੀਆਂ ਨੇ ਇਹ ਲੜਾਈ ਸ਼ੁਰੂ ਕੀਤੀ ਸੀ ਨਾ, ਉਦੋਂ ਤਾਂ ਲਾਹੌਰ ਕੋਈ ਅਲੱਗ ਹਿੱਸਾ ਨਹੀਂ ਸੀ। ਇਸ ਕਰਕੇ ਇਹ ਜਿਹੜੇ ਸਾਡੇ ਉੱਤੇ ਬੁੱਤ ਲੱਗੇ ਹੋਏ ਸੀ ਨਾ ਸ਼ਹੀਦਾਂ ਦੇ, ਉਹਨਾਂ ਦੇ ਪੁਤਲਿਆਂ ਨੂੰ ਉੱਥੋਂ ਪੱਟ ਦਿੱਤਾ ਗਿਆ ਸੀ, ਕਿਉਂਕਿ ਉਹ ਹੁਸੈਨੀ ਵਾਲਾ ਬਾਰਡਰ ਦੇ ਕੁਝ ਹਿੱਸੇ ਨੂੰ ਕਬਜ਼ਾ ਕਰਨ ਦੇ ਵਿੱਚ ਸਫਲ ਹੋ ਗਏ ਸੀ। ਇਸ ਕਰਕੇ ਉਹਨਾਂ ਨੇ ਉੱਥੋਂ ਸ਼ਹੀਦਾਂ ਦੇ ਪੁਤਲਿਆਂ ਨੂੰ ਪੱਟ ਦਿੱਤਾ ਔਰ ਉਹਨਾਂ ਦਾ ਕੀ ਕੀਤਾ? ਜਲੂਸ ਕੱਢਿਆ ਗਿਆ। ਪਰ ਉਹਨਾਂ ਜਲੂਸ ਦੇ ਅਰਥ ਬਦਲ ਦਿੱਤੇ ਸੀ। ਆਮ ਕਰਕੇ ਇਹ ਜਿਹੜਾ ਹੈ, ਅਸੀਂ ਕਿਸੇ ਦੀ ਕਹਿ ਲਓ ਸ਼ਹਾਦਤ ਨੂੰ ਜਾਂ ਕਿਸੇ ਦੀ ਕੁਰਬਾਨੀ ਨੂੰ ਜਿਹੜਾ ਹੈ ਨਾ ਸਾਬਿਤ ਕਰਨ ਦੇ ਲਈ, ਉਸ ਬੰਦੇ ਦੀ ਪ੍ਰਮਾਣ ਦੇਣ ਲਈ ਕਿ ਇਹਨੇ ਦੇਸ਼ ਦੇ ਲਈ ਕੁਰਬਾਨੀ ਦਿੱਤੀ ਹੈ, ਸ਼ਹਾਦਤ ਪਾਈ ਹੈ ਨਾ, ਉਹਦਾ ਜਲੂਸ ਕੱਢਦੇ ਆ। ਪਰ ਇਸ ਜਲੂਸ ਦੇ ਅਰਥ ਜਿਹੜੇ ਆ ਨਾ ਉਹ ਇਹ ਨਹੀਂ ਸੀ। ਇਹਦੇ ਵਿੱਚ ਉਹਨਾਂ ਸ਼ਹੀਦਾਂ ਨੂੰ ਸਨਮਾਨਿਤ ਨਹੀਂ ਸੀ ਕੀਤਾ ਜਾ ਰਿਹਾ। ਕੀ ਹੋ ਰਿਹਾ ਸੀ? ਮੇਰੇ ਪੁੱਤਰ ਨੇ ਇਹ ਸਾਰਾ ਪ੍ਰੋਗਰਾਮ ਲਾਹੌਰ ਟੀਵੀ ਤੇ ਦੇਖਿਆ ਸੀ। ਉਦੋਂ ਹੀ ਉਸ ਪੁੱਛਿਆ, ਇਹ ਕੀ ਕਰ ਰਹੇ ਨੇ ਡੈਡੀ? ਸ਼ਹੀਦਾਂ ਨੂੰ ਸ਼ਰਧਾਂਜਲੀ ਪੇਸ਼ ਕਰ ਰਹੇ ਹਾਂ ਜਾਂ ਜਿੱਤ ਦਾ ਜਸ਼ਨ ਮਨਾ ਰਹੇ ਨੇ? ਸੋ ਆਮ ਕਰਕੇ ਜਿਹੜਾ ਹੈ ਸ਼ਹੀਦਾਂ ਨੂੰ ਸ਼ਰਧਾਂਜਲੀ ਦੇਣ ਦੇ ਲਈ, ਸਨਮਾਨਿਤ ਕਰਨ ਦੇ ਲਈ ਜਲੂਸ ਕੱਢੇ ਜਾਂਦੇ ਆ। ਪਰ ਇੱਥੇ ਜਿਹੜਾ ਹੈ ਨਾ ਲੇਖਕ ਦਾ ਮੁੰਡਾ ਕੀ ਪੁੱਛਦਾ ਪਿਆ ਸੀ ਆਪਣੇ ਡੈਡੀ ਨੂੰ ਕਿ ਡੈਡੀ, ਇਹ ਜਿਹੜੇ ਸ਼ਹੀਦ ਸੀਗੇ ਨਾ ਜਿਨ੍ਹਾਂ ਨੇ ਦੇਸ਼ ਦੀ ਆਜ਼ਾਦੀ ਦੇ ਲਈ ਸ਼ਹਾਦਤ ਪਾਈ ਸੀ, ਜੇਲ੍ਹਾਂ ਕੱਟੀਆਂ ਸੀ, ਬਹੁਤ ਸਾਰੀਆਂ ਮੁਸ਼ਕਲਾਂ ਸਹੀਆਂ ਸੀ ਨਾ, ਉਦੋਂ ਜਿਹੜਾ ਆ ਉਹਨਾਂ ਨੂੰ ਸਨਮਾਨਿਤ ਕਰਨਾ ਚਾਹੀਦਾ ਸੀ। ਪਰ ਉਹਨਾਂ ਨੂੰ ਸਨਮਾਨਿਤ ਕਰਨ ਦੀ ਥਾਂ ਕੀ ਕੀਤਾ ਗਿਆ ਕਿ ਇਹ ਸ਼ਹੀਦਾਂ ਨੂੰ ਸ਼ਰਧਾਂਜਲੀ ਪੇਸ਼ ਕਰ ਰਹੇ ਹਨ ਜਾਂ ਜਿੱਤ ਦਾ ਜਸ਼ਨ ਮਨਾ ਰਹੇ ਨੇ। ਕਿ ਹੁਣ ਉਹਨਾਂ ਨੇ ਜਿਹੜਾ ਹੈ ਹੁਸੈਨੀ ਵਾਲਾ ਬਾਰਡਰ ਦੇ ਉੱਪਰ ਕਬਜ਼ਾ ਕਰ ਲਿਆ ਸੀ, ਇਸ ਕਰਕੇ ਜਿਹੜਾ ਆ ਉਹ ਪੁੱਛਦਾ ਆ ਕਿ ਇਹ ਸ਼ਰਧਾਂਜਲੀ ਦਿੰਦੇ ਪਏ ਆ ਜਾਂ ਆਪਣੀ ਜਿੱਤ ਦਾ ਜਸ਼ਨ ਮਨਾ ਰਹੇ ਆ।
ਬਹਾਦਰੀ ਦਿਖਾ ਰਹੇ ਨੇ, ਸ਼ਹੀਦਾਂ ਨੂੰ ਸ਼ਰਮਿੰਦਾ ਕਰ ਰਹੇ ਨੇ। ਮੇਰੇ ਮੂੰਹੋਂ ਨਾ ਚਾਹੁੰਦਿਆਂ ਹੋਇਆਂ ਵੀ ਅਚਾਨਕ ਨਿਕਲ ਗਿਆ। ਸੋ ਲੇਖਕ ਆਪਣੇ ਮੁੰਡੇ ਨੂੰ ਕੀ ਜਵਾਬ ਦਿੰਦਾ ਆ ਕਿ ਇਹਨਾਂ ਨੇ ਜਿਹੜਾ ਆ ਧੋਖੇ ਦੇ ਨਾਲ ਹੁਸੈਨੀ ਵਾਲਾ ਬਾਰਡਰ ਦੇ ਉੱਪਰ ਕਬਜ਼ਾ ਕੀਤਾ ਹੈ ਨਾ, ਇਹ ਉਹਦੇ ਵਿੱਚ ਕੀ ਦਿਖਾ ਰਿਹਾ, ਆਪਣੀ ਬਹਾਦਰੀ ਦਿਖਾ ਰਿਹਾ ਕਿ ਅਸੀਂ ਬਹੁਤ ਬਹਾਦਰੀ ਦਾ ਕੰਮ ਕੀਤਾ ਆ। ਉਹਨਾਂ ਪੁਤਲਿਆਂ ਨੂੰ ਪੱਟ ਦਿੱਤਾ ਆ, ਉਹਨਾਂ ਦਾ ਜਲੂਸ ਕੱਢਿਆ। ਇਸ ਤਰ੍ਹਾਂ ਇਹਨਾਂ ਨੇ ਜਿਹੜਾ ਆ ਸ਼ਹੀਦਾਂ ਨੂੰ ਕੀ ਕੀਤਾ ਆ, ਸ਼ਰਮਿੰਦਾ ਕੀਤਾ ਹੈ। ਸ਼ਹੀਦ ਤਾਂ ਸਾਂਝੇ ਸ਼ਹੀਦ ਸੀ, ਕਿਉਂਕਿ ਇਹਨਾਂ ਨੇ ਤਾਂ ਦੇਸ਼ ਦੀ ਆਜ਼ਾਦੀ ਦੇ ਲਈ ਕੁਰਬਾਨੀ ਦਿੱਤੀ ਸੀ। ਇਸ ਕਰਕੇ ਇਹ ਜਿਹੜਾ ਆ ਨਾ, ਇਹ ਕੰਮ ਕਰਕੇ ਸ਼ਹੀਦਾਂ ਨੂੰ ਸ਼ਰਮਿੰਦਾ ਕਰ ਰਹੇ ਨੇ। ਪਰ ਇਹ ਤਾਂ ਸਾਂਝੇ ਮੁਲਕ ਦੇ ਸ਼ਹੀਦ ਸੀ ਨਾ ਡੈਡੀ, ਸਾਂਝੇ ਸ਼ਹੀਦ। ਮੁੰਡੇ ਨੇ ਹੈਰਾਨੀ ਪ੍ਰਗਟ ਕੀਤੀ, ਕਿਉਂਕਿ ਪਾਕਿਸਤਾਨ ਤਾਂ ਅਲੱਗ ਹੈ ਹੀ ਨਹੀਂ ਸੀ, ਇਸ ਕਰਕੇ ਇਹ ਤਾਂ ਸਾਰੇ ਸਾਂਝੇ ਸ਼ਹੀਦ ਸੀ। ਹਾਂ ਹਾਂ, ਪਰ ਹੁਣ ਇਹ ਵੰਡੇ ਹੋਏ ਮੁਲਕ ਦੇ ਸ਼ਹੀਦ ਰਹਿ ਗਏ ਨੇ ਮੇਰੇ ਬੇਟੇ। ਪਰ ਜਦੋਂ ਦੇਸ਼ ਵੰਡਿਆ ਗਿਆ 1947 ਦੇ ਵਿੱਚ, ਭਾਰਤ ਅਲੱਗ ਹੋ ਗਿਆ, ਪਾਕਿਸਤਾਨ ਅਲੱਗ ਹੋ ਗਿਆ ਨਾ, ਤਾਂ ਉਸ ਸਮੇਂ ਇਹ ਜਿਹੜੇ ਸ਼ਹੀਦ ਸੀ ਨਾ, ਉਹ ਵੀ ਅਲੱਗ-ਅਲੱਗ ਹੋ ਗਏ। ਭਾਰਤ ਦੇ ਸ਼ਹੀਦ ਅਲੱਗ ਹੋ ਗਏ, ਪਾਕਿਸਤਾਨ ਦੇ ਸ਼ਹੀਦ ਅਲੱਗ ਹੋ ਗਏ। ਸੁਣਿਆ ਡੈਡੀ, ਹੁਣ ਇਹਨਾਂ ਸ਼ਹੀਦਾਂ ਦੇ ਨਾਂ ਆਪਾਂ ਹਿਸਟਰੀ ਦੀ ਕਿਤਾਬ ਵਿੱਚੋਂ ਕੱਢ ਛੱਡੇ ਨੇ। ਹਿਸਟਰੀ ਵੀ ਤਾਂ ਪੁੱਤ ਬੰਦੇ ਹੀ ਲਿਖਦੇ ਨੇ, ਕਿਸੇ ਦਾ ਨਾਂ ਪਾ ਦੇਣ ਤੇ ਕਿਸੇ ਦਾ ਕੱਢ ਛੱਡਣ, ਕਿਸੇ ਨੂੰ ਵੀ ਹੀਰੋ ਬਣਾ ਦੇਣ ਤੇ ਕਿਸੇ ਨੂੰ ਜ਼ੀਰੋ। ਸੋ ਇੱਥੇ ਜਿਹੜਾ ਆ ਲੇਖਕ ਆਪਣੇ ਮੁੰਡੇ ਨੂੰ ਸਮਝਾਉਣ ਦੀ ਕੋਸ਼ਿਸ਼ ਕਰਦਾ ਆ ਕਿ ਹਿਸਟਰੀ ਜਿਹੜੀ ਹੈ ਨਾ, ਉਹ ਵੀ ਤਾਂ ਆਦਮੀ ਲਿਖਦੇ ਨੇ ਨਾ। ਇਹ ਹਿਸਟਰੀ ਜਿਹੜੀ ਆ ਉਹ ਇਸ ਗੱਲ ਦਾ ਸਬੂਤ ਹੁੰਦੀ ਆ ਕਿ ਸਾਡੇ ਪੁਰਾਣੇ ਇਤਿਹਾਸ ਦੇ ਵਿੱਚ ਕੀ ਕੀ ਵਾਪਰਿਆ ਆ, ਇਸ ਚੀਜ਼ ਦਾ ਪ੍ਰਮਾਣ ਹੁੰਦੀ ਹੈ। ਸੋ ਜਿਨ੍ਹਾਂ ਦਾ ਨਾਮ ਹਿਸਟਰੀ ਦੀਆਂ ਕਿਤਾਬਾਂ ਦੇ ਵਿੱਚ ਆ ਗਿਆ ਹੈ ਨਾ, ਉਹ ਕੀ ਬਣ ਗਏ ਆ, ਹੀਰੋ ਬਣ ਗਏ ਆ, ਕਿਉਂਕਿ ਅੱਜ ਤੱਕ ਵੀ ਉਹਨਾਂ ਦਾ ਜ਼ਿਕਰ ਜਿਹੜਾ ਆ ਉਹ ਕੀਤਾ ਜਾਂਦਾ ਆ। ਔਰ ਜਿਨ੍ਹਾਂ ਦਾ ਨਾਮ ਹਿਸਟਰੀ ਦੀਆਂ ਕਿਤਾਬਾਂ ਦੇ ਵਿੱਚ ਨਹੀਂ ਆਇਆ, ਉਹ ਕੀ ਬਣ ਗਏ ਆ, ਜ਼ੀਰੋ ਬਣ ਗਿਆ। ਸੋ ਮੈਂ ਆਪਣੇ ਚਿਹਰੇ ਦੀ ਦੁੱਖ ਦੀ ਰਗ ਛੁਪਾਉਣਾ ਚਾਹੁੰਦੇ ਹੋਏ ਵੀ ਨਹੀਂ ਸੀ ਛੁਪਾ ਸਕਿਆ। ਸੋ ਲੇਖਕ ਜਿਹੜਾ ਹੈ ਨਾ, ਅੰਦਰੋਂ ਬਹੁਤ ਦੁਖੀ ਸੀ। ਪਰ ਜਿਹੜਾ ਇਹ ਗੱਲਾਂ ਸੀਗੀਆਂ ਨਾ ਕਿ ਜਿਨ੍ਹਾਂ ਨੇ ਦੇਸ਼ ਦੀ ਆਜ਼ਾਦੀ ਲਈ ਕੁਰਬਾਨੀ ਦਿੱਤੀ ਸੀ, ਫਾਂਸੀਆਂ ਤੇ ਚੜ੍ਹੇ ਸੀ, ਉਹਨਾਂ ਦਾ ਨਾਮ ਹਿਸਟਰੀ ਦੇ ਪੰਨਿਆਂ ਤੇ ਨਾ ਹੋਣ ਕਰਕੇ ਕਿਤੇ ਵੀ ਅੱਜ ਉਹਨਾਂ ਦਾ ਜ਼ਿਕਰ ਨਹੀਂ ਹੈ, ਉਹ ਜ਼ੀਰੋ ਬਣ ਕੇ ਰਹਿ ਗਏ ਨਾ। ਇਸ ਕਰਕੇ ਲੇਖਕ ਦੁਖੀ ਤਾਂ ਬਹੁਤ ਸੀ, ਪਰ ਲੇਖਕ ਦੇ ਮੁੰਡੇ ਦੀਆਂ ਗੱਲਾਂ ਨੇ ਉਹਨੂੰ ਹੋਰ ਵੀ ਦੁਖੀ ਕੀਤਾ ਸੀ, ਕਿਉਂਕਿ ਹਿਸਟਰੀ ਜਿਹੜੀ ਹੈ ਉਹ ਮੈਨ ਮੇਡ ਹੈ, ਮਨੁੱਖ ਹੀ ਲਿਖਦਾ ਹੈ। ਸੋ ਨਾਮ ਪਾ ਦੇਣ ਤਾਂ ਹੀਰੋ, ਨਾ ਪਾ ਦੇਣ ਤਾਂ ਕੀ ਹੈ, ਜ਼ੀਰੋ। ਹੀਰੋ ਹੁੰਦੇ ਨੇ ਜਾਂ ਬਣਾਏ ਜਾਂਦੇ ਨੇ ਡੈਡੀ, ਮੁੰਡਾ ਇੱਕ ਹੋਰ ਸਵਾਲ ਉਲਾਰਦਾ ਹੈ। ਉਲਾਰਦਾ ਮਤਲਬ ਪੁੱਛਦਾ ਆ। ਸੋ ਕੀ ਪੁੱਛਦਾ ਹੈ ਕਿ ਹੀਰੋ ਹੁੰਦੇ ਆ ਜਾਂ ਬਣਾਏ ਜਾਂਦੇ ਆ? ਕਦੀ ਕਦੀ ਬਣਾਏ ਵੀ ਜਾਂਦੇ ਨੇ ਬੇਟੇ, ਸਿਆਸਤਦਾਨ ਸਭ ਕੁਝ ਕਰ ਸਕਦੇ ਹਨ। ਸਿਆਸਤਦਾਨ ਮਤਲਬ ਪੋਲੀਟੀਸ਼ੀਅਨ। ਕਾਲਿਆਂ ਦਾ ਹੀਰੋ, ਕਾਲੇ ਮਤਲਬ ਭਾਰਤੀ ਲੋਕ, ਗੋਰੇ ਮਤਲਬ ਅੰਗਰੇਜ਼ ਲੋਕ, ਹਮੇਸ਼ਾ ਜ਼ੀਰੋ ਹੀ ਰਿਹਾ ਹੈ। ਸੋ ਕਹਿੰਦੇ ਕਿ ਜਿਹੜੇ ਨਾ ਹੀਰੋ ਆ, ਇਹ ਪੋਲੀਟਿਕਸ 'ਚ ਬਣਾਏ ਵੀ ਜਾਂਦੇ ਆ। ਤੁਹਾਨੂੰ ਤਾਂ ਪਤਾ ਹੀ ਆ ਕਿ ਅੱਜ ਸਾਡੀ ਪੋਲੀਟਿਕਸ ਕਿੱਦਾਂ ਦੀ ਆ। ਅਨਪੜ੍ਹ ਕੁਰਸੀ ਮਲ ਕੇ ਬੈਠੇ ਆ, ਮੰਤਰੀ ਬਣ ਕੇ ਬੈਠੇ ਆ, ਮੁਫਤ ਦੀਆਂ ਖਾ ਰਹੇ ਨੇ। ਸੋ ਇਸ ਕਰਕੇ ਜਿਹੜੇ ਆ ਉਹ ਅੱਜ ਸਾਡੇ ਹੀਰੋ ਬਣ ਕੇ ਬੈਠੇ ਹੋਏ ਨੇ। ਸੋ ਪੋਲੀਟਿਕਸ 'ਚ ਤਾਂ ਹੀਰੋ ਬਣਦੇ ਹੀ ਆ ਨਾ, ਬਣਾਏ ਹੀ ਜਾਂਦੇ ਨੇ। ਜਿਹੜਾ ਕਾਲਿਆਂ ਦਾ, ਭਾਰਤੀ ਲੋਕਾਂ ਦਾ ਹੀਰੋ ਆ ਨਾ, ਉਹ ਅੰਗਰੇਜ਼ਾਂ ਦੇ ਲਈ ਹਮੇਸ਼ਾ ਕੀ ਰਿਹਾ ਆ, ਜ਼ੀਰੋ ਹੀ ਰਿਹਾ ਆ। ਔਰ ਗੋਰਿਆਂ ਨੇ ਆਪਣਾ ਜ਼ੀਰੋ ਜਿਹੜਾ ਆ ਉਹ ਹਮੇਸ਼ਾ ਕੀ ਬਣਾ ਕੇ ਪੇਸ਼ ਕੀਤਾ ਆ, ਹੀਰੋ ਬਣਾ ਕੇ ਹੀ ਪੇਸ਼ ਕੀਤਾ ਹੈ। ਕਾਲਾ ਹੀਰੋ ਵੀ ਉਹਨਾਂ ਲਈ ਬਾਸਟਰਡ ਹੀ ਰਿਹਾ ਹੈ। ਸੋ ਜਿਹੜੇ ਭਾਰਤੀ ਲੋਕਾਂ ਦਾ ਹੀਰੋ ਆ ਨਾ, ਉਹ ਹਮੇਸ਼ਾ ਹੀ ਗੋਰਿਆਂ ਦੇ ਲਈ ਕੀ ਰਿਹਾ ਆ, ਹਰਾਮ ਦਾ। ਕਿਉਂਕਿ ਸ਼ੁਰੂ ਤੋਂ ਹੀ ਜਿਹੜੇ ਗੋਰੇ ਆ ਨਾ, ਉਹ ਸਾਨੂੰ ਹਰਾਮ ਦਾ ਹੀ ਕਹਿੰਦੇ ਆਏ ਨੇ। ਕੀ ਕੋਈ ਸਾਰੀ ਦੁਨੀਆ ਦਾ ਸ਼ਹੀਦ ਨਹੀਂ ਅਖਵਾ ਸਕਦਾ ਡੈਡੀ? ਪ੍ਰਸ਼ਨ ਜਿੰਨਾ ਸੁਭਾਵਿਕ ਮਤਲਬ ਸਰਲ ਸੀ, ਉੱਤਰ ਓਨਾ ਹੀ ਗੁੰਝਲਦਾਰ। ਸੋ ਲੇਖਕ ਦਾ ਮੁੰਡਾ ਪੁੱਛਦਾ ਆ ਕਿ ਸਾਰੀ ਦੁਨੀਆ ਦਾ, ਪੂਰੇ ਵਰਲਡ ਦਾ ਕੋਈ ਸ਼ਹੀਦ ਨਹੀਂ ਹੋ ਸਕਦਾ ਜਿਹੜਾ ਸਾਂਝਾ ਹੋਵੇ? ਕਦੀ ਕੋਈ ਮੌਕਾ ਆਏਗਾ ਬੇਟੇ, ਪਰ ਹਜੇ ਧੁੰਦ ਹੈ, ਹਨੇਰਾ ਹੈ, ਸਾਜ਼ਿਸ਼ਨੁਮਾ ਮਾਹੌਲ ਹੈ। ਧੁੰਦ ਹੈ, ਹਨੇਰਾ ਹੈ, ਮਤਲਬ ਇਸ ਪਾਸੇ ਹਜੇ ਲੋਕਾਂ ਦੀ ਕੋਈ ਵੀ ਜਾਗਰੂਕਤਾ ਨਹੀਂ ਹੈ। ਲੋਕਾਂ ਨੇ ਇਸ ਪਾਸੇ ਹਜੇ ਕੋਈ ਵੀ ਵਿਚਾਰ ਵਿਮਰਸ਼ ਨਹੀਂ ਕੀਤਾ ਹੈ। ਹਜੇ ਹਰ ਦੇਸ਼ ਦੂਸਰੇ ਦੇਸ਼ ਦੇ ਵਿਰੁੱਧ ਕੀ ਰਚ ਰਿਹਾ ਆ, ਸਾਜ਼ਿਸ਼ਾਂ ਹੀ ਰਚ ਰਿਹਾ ਆ। ਪਿਛਲੇ ਦਿਨੀ ਪੰਜਾਬ ਦੇ ਇੱਕ ਉੱਗੇ ਮਤਲਬ ਮਸ਼ਹੂਰ ਸ਼ਹਿਰ ਵਿੱਚ ਇੱਕ ਹਾਦਸਾ ਵਾਪਰ ਗਿਆ। ਦੋ ਫਿਰਕੇ ਮਤਲਬ ਦੋ ਧਰਮ ਆਪਸ ਦੇ ਵਿੱਚ ਉਲਝ ਪਏ। ਤੇਜ਼ਧਾਰ ਹਥਿਆਰਾਂ ਦੇ ਨਾਲ ਲੜਾਈ ਹੋਈ। ਸੋ ਦੋਨੋਂ ਧਰਮਾਂ ਦੇ ਵਿੱਚ ਜਿਹੜੀ ਆ ਉਹ ਹਥਿਆਰਾਂ ਨੂੰ ਲੈ ਕੇ ਲੜਾਈ ਹੋਈ। ਔਰ ਇਹਨਾਂ ਸਾਰੇ ਜਿਹੜੇ ਨਾ ਭੀੜ ਨੂੰ ਕੰਟਰੋਲ ਦੇ ਵਿੱਚ ਕਰਨ ਲਈ ਪੁਲਿਸ ਨੂੰ ਕੀ ਹੋਇਆ, ਗੋਲੀ ਚਲਾਉਣੀ ਪਈ।
ਇੱਕ ਫਿਰਕੇ ਦਾ ਕਾਫੀ ਜਾਨੀ ਨੁਕਸਾਨ ਹੋਇਆ ਤੇ ਜਿਹੜੀ ਅਖਬਾਰ ਨੇ ਸੁਰਖੀ ਹੁੰਦਾ ਮੁੱਖ ਖਬਰ ਛਾਪੀ। देश के अमन पसंद शहरियों कुछ तत्वों ने तेजदार हथियारों से हमला किया। जवाबी कार्रवाई में कुछ गुंडे मारे गए और बहुत से जख्मी ਹੋਏ। ਸੋ ਇੱਥੇ ਜਿਹੜਾ ਸੀ ਜਦੋਂ ਦੋ ਫਿਰਕੇ ਆਪਸ ਦੇ ਵਿੱਚ ਭਿੜੇ ਤਾਂ ਕੀ ਹੋਇਆ, ਦੇਸ਼ ਦੇ ਜਿਹੜਾ ਹੈ ਅਖਬਾਰ ਦੇ ਵਿੱਚ ਖਬਰ ਛਪੀ ਕਿ ਜਿਹੜੇ ਦੇਸ਼ ਦੇ ਅਮਨ ਪਸੰਦ ਸ਼ਹਿਰੀਓ ਮਤਲਬ ਵਸਨੀਕੋ ਕੀ ਹੋਇਆ ਕਿ ਕੁਝ ਤੇਜ਼ਧਾਰ ਹਥਿਆਰਾਂ ਨੇ ਜਿਹੜਾ ਸੀ ਉਹਨਾਂ ਦੇ ਉੱਪਰ ਹਮਲਾ ਕੀਤਾ ਔਰ ਇਹਦੇ ਵਿੱਚ ਜਵਾਬੀ ਕਾਰਵਾਈ 'ਚ ਮਤਲਬ ਮੁਕਾਬਲਾ ਕਰਦੇ ਹੋਏ ਕੁਝ ਗੁੰਡੇ ਮਾਰੇ ਗਏ। ਸੋ ਦੂਸਰੇ ਧਰਮ ਦੇ ਲੋਕ ਜਿਹੜੇ ਮਾਰੇ ਗਏ ਸੀਗੇ ਨਾ ਉਹ ਉਹਨਾਂ ਦੇ ਲਈ ਕੀ ਬਣੇ, ਗੁੰਡੇ ਬਣੇ ਤੇ ਬਹੁਤ ਸੇ ਕੀ ਹੋ ਗਏ, ਜ਼ਖਮੀ ਹੋਏ। ਦੂਜੇ ਫਿਰਕੇ ਦੀਆਂ ਅਖਬਾਰਾਂ ਨੇ ਮੋਟੇ ਅੱਖਰਾਂ ਦੇ ਵਿੱਚ ਖਬਰ ਛਾਪੀ, ਧਰਮ ਦੀ ਰੱਖਿਆ ਕਰਦੇ ਹੋਏ ਕੁਝ ਬਹਾਦਰ ਲੋਕ ਸ਼ਹੀਦ ਹੋਏ। ਸੋ ਉਹਨਾਂ ਨੇ ਆਪਣੇ ਧਰਮ ਦੇ ਜਿਹੜੇ ਲੋਕ ਸੀ ਜਿਹੜੇ ਕਿ ਮੁਕਾਬਲਾ ਕਰਦੇ ਹੋਏ ਮਾਰੇ ਗਏ ਉਹਨਾਂ ਨੂੰ ਸ਼ਹੀਦ ਦਾ, ਬਹਾਦਰਾਂ ਦਾ ਦਰਜਾ ਦਿੱਤਾ ਔਰ ਕੀ ਕਿਹਾ ਕਿ ਧਰਮ ਦੀ ਰੱਖਿਆ ਕਰਦੇ ਹੋਏ ਬਹੁਤ ਸੇ ਜਿਹੜੇ ਉਹਨਾਂ ਦੇ ਧਰਮ ਦੇ ਬਹਾਦਰ ਸੀਗੇ ਨਾ ਉਹ ਸ਼ਹੀਦ ਹੋ ਗਏ ਔਰ ਉਹਨਾਂ ਦਾ ਨਾਮ ਹਮੇਸ਼ਾ ਹੀ ਇਤਿਹਾਸ ਦੇ ਵਰਕਿਆਂ ਤੇ ਸੁਨਹਿਰੀ ਅੱਖਰਾਂ ਦੇ ਵਿੱਚ ਲਿਖਿਆ ਜਾਵੇਗਾ। ਕਿਹਨਾਂ ਦਾ, ਜਿਨ੍ਹਾਂ ਨੇ ਆਪਣੀ ਧਰਮ ਦੀ ਰੱਖਿਆ ਕਾਰਨ ਸੀਸ ਕਟਾਏ ਮਤਲਬ ਕੁਰਬਾਨੀ ਦਿੱਤੀ ਹੈ। ਮੇਰਾ ਪੁੱਤਰ ਦੋਵੇਂ ਅਖਬਾਰਾਂ ਲੈ ਕੇ ਮੇਰੇ ਕੋਲ ਆਇਆ ਤੇ ਅਖਬਾਰਾਂ ਮੇਰੇ ਮੋਹਰੇ ਧਰ ਕੇ ਪੁੱਛਣ ਲੱਗਾ, ਡੈਡੀ ਸ਼ਹੀਦ ਗੁੰਡੇ ਕਦੋਂ ਹੁੰਦੇ ਨੇ ਤੇ ਗੁੰਡੇ ਸ਼ਹੀਦ ਕਦੋਂ ਬਣ ਜਾਂਦੇ ਨੇ? ਇਹ ਛੋਟੀ ਲੜਾਈ ਹੈ ਮੇਰੇ ਬੇਟੇ। ਇੱਕ ਫਿਰਕੇ ਦੇ ਸ਼ਹੀਦ ਵਿਰੋਧੀ ਫਿਰਕੇ ਲਈ ਹਮੇਸ਼ਾ ਗੁੰਡੇ ਹੀ ਰਹਿੰਦੇ ਨੇ ਤੇ ਆਪਣੇ ਗੁੰਡੇ ਵੀ ਉਹਨਾਂ ਨੂੰ ਸ਼ਹੀਦ ਹੀ ਲੱਗਦੇ ਨੇ। ਸੋ ਜਿੱਦਾਂ ਪਹਿਲਾਂ ਆਪਾਂ ਬਹਾਦਰ ਦਾ ਤੇ ਕਾਫਰ ਦਾ, ਹੀਰੋ ਤੇ ਜ਼ੀਰੋ ਦਾ ਪੜ੍ਹਿਆ ਸੀਗਾ ਨਾ, ਉਸੇ ਤਰ੍ਹਾਂ ਹੀ ਹੁਣ ਇਹਦੇ ਵਿੱਚ ਜਿਹੜਾ ਹੈ ਬਹਾਦਰ ਤੇ ਗੁੰਡਿਆਂ ਦਾ ਜਿਹੜਾ ਹੈ ਉਹ ਬਿਆਨ ਕੀਤਾ ਗਿਆ ਆ ਕਿ ਇੱਕ ਫਿਰਕਾ ਮਤਲਬ ਇੱਕ ਧਰਮ ਦੇ ਜਿਹੜੇ ਬਹਾਦਰ ਸੀ ਜਿਨ੍ਹਾਂ ਨੇ ਆਪਣੇ ਧਰਮ ਦੀ ਰੱਖਿਆ ਦੇ ਲਈ ਸੀਸ ਕਟਾਏ ਉਹ ਉਸ ਧਰਮ ਦੇ ਜਿਹੜੇ ਸੀ ਕੀ ਅਖਵਾਏ ਆ, ਬਹਾਦਰ ਅਖਵਾਏ ਆ ਤੇ ਦੂਜੇ ਧਰਮ ਦੇ ਲਈ ਉਹ ਕੀ ਬਣ ਗਏ ਆ, ਗੁੰਡੇ ਬਣ ਗਏ ਆ। ਕਿਉਂ? ਕਿਉਂਕਿ ਆਪਣੇ ਜਿਹੜੇ ਗੁੰਡੇ ਆ ਉਹ ਵੀ ਉਹਨਾਂ ਨੂੰ ਕੀ ਲੱਗਦੇ ਆ, ਸ਼ਹੀਦ ਹੀ ਲੱਗਦੇ ਆ। ਸੋ ਇੱਥੇ ਜਿਹੜਾ ਹੈ ਬਹਾਦਰ ਤੇ ਗੁੰਡੇ ਦਾ ਜਿਹੜਾ ਰੋਲ ਹੈ ਉਹ ਸਾਡੇ ਸਾਹਮਣੇ ਆਇਆ ਆ। ਜਿਨ੍ਹਾਂ ਨੇ ਆਪਣੇ ਆਪਣੇ ਧਰਮ ਦੀ ਰੱਖਿਆ ਦੇ ਲਈ ਸੀਸ ਕਟਾਏ ਉਹ ਸ਼ਹੀਦ ਬਣ ਗਏ ਤੇ ਦੂਜੇ ਧਰਮ ਦੇ ਲੋਕ ਉਹਨਾਂ ਦੇ ਲਈ ਗੁੰਡੇ ਬਣ ਗਏ। ਫਿਰ ਉਹਨਾਂ ਦੀ ਪਹਿਚਾਣ ਕੌਣ ਕਰੇਗਾ, ਕਿਵੇਂ ਹੋਵੇਗੀ ਉਹਨਾਂ ਦੀ ਪਹਿਚਾਣ? ਸੋ ਮੁੰਡਾ ਪੁੱਛਦਾ ਆ ਕਿ ਗੁੰਡਿਆਂ ਦੀ ਤੇ ਸ਼ਹੀਦਾਂ ਦੀ ਪਹਿਚਾਣ ਕਿੱਦਾਂ ਹੋਏਗੀ, ਕਿੱਦਾਂ ਸਾਨੂੰ ਪਤਾ ਲੱਗੇਗਾ ਕਿ ਕੌਣ ਬਹਾਦਰ ਆ ਤੇ ਕੌਣ ਗੁੰਡਾ? ਵੱਡੀ ਫੈਸਲਾਕੁਨ ਲੜਾਈ ਉਹਨਾਂ ਦੀ ਪਹਿਚਾਣ ਕਰਾਏਗੀ। ਤੂੰ ਜਦੋਂ ਵੱਡੀ ਲੜਾਈ ਲਈ ਤਿਆਰ ਹੋਵੇਗਾ ਤੈਨੂੰ ਸਭ ਸਮਝ ਆ ਜਾਏਗਾ, ਪਰ ਹਾਲੇ ਵਕਤ ਨਹੀਂ ਆਇਆ ਹਾਲੇ ਤਾਂ। ਸੋ ਲੇਖਕ ਜਵਾਬ ਦਿੰਦਾ ਹੈ ਕਿ ਇਹ ਬਹੁਤ ਵੱਡੀ ਲੜਾਈ ਹੈ, ਇਹ ਤਾਂ ਜਿਹੜੀ ਆਰ ਪਾਰ ਦੀ ਲੜਾਈ ਹੈ, ਹਜੇ ਇਹ ਲੜਾਈ ਨੂੰ ਟਾਈਮ ਆ, ਹਜੇ ਜਿਹੜਾ ਹੈ ਜਿੱਦਾਂ ਜਿੱਦਾਂ ਉਹ ਵੱਡਾ ਹੋਏਗਾ ਉਹਨੂੰ ਇਸ ਚੀਜ਼ ਦੀ ਸਮਝ ਆਏਗੀ, ਪਰ ਹਜੇ ਜਿਹੜਾ ਆ ਇਸ ਲੜਾਈ ਦਾ ਸਮਾਂ ਨਹੀਂ ਆਇਆ। ਕਿਉਂ? ਕਿਉਂਕਿ ਹਜੇ ਤਾਂ ਹਰ ਪਾਸੇ ਸਾਜ਼ਿਸ਼ਨੁਮਾ ਹੀ ਮਾਹੌਲ ਹੈ, ਹਰ ਜਿਹੜਾ ਦੇਸ਼ ਹੈ ਉਹ ਦੂਜੇ ਦੇਸ਼ ਨੂੰ ਨੀਵਾਂ ਵਿਖਾਉਣ ਲਈ ਸਾਜ਼ਿਸ਼ਾਂ ਹੀ ਰਚ ਰਿਹਾ ਆ। ਵਕਤ ਕਦੋਂ ਆਏਗਾ ਡੈਡੀ? ਮੁੰਡੇ ਦੀ ਹਜੇ ਵੀ ਤਸੱਲੀ ਨਹੀਂ ਸੀ ਹੋ ਰਹੀ। ਮੈਂ ਮੁੰਡੇ ਦੇ ਪ੍ਰਸ਼ਨ ਦੀ ਰੌਸ਼ਨੀ ਵਿੱਚ ਬੜੀ ਹੀ ਗੰਭੀਰਤਾ ਨਾਲ ਸੋਚਣ ਲੱਗਦਾ ਹਾਂ। ਮੇਰੀ ਵਿਚਾਰ ਵਿੱਚ ਸੋਚ ਵਿੱਚ ਉਹ ਬੇਚੈਨ ਲੋਕ ਆਉਂਦੇ ਨੇ। ਬੇਚੈਨ ਲੋਕ ਕੌਣ ਸੀ ਬੇਟਾ? ਇੱਥੇ ਤੁਹਾਨੂੰ ਪੁੱਛ ਸਕਦੇ ਆ। ਬੇਚੈਨ ਲੋਕ ਸੀ ਜਿਨ੍ਹਾਂ ਨੇ ਦੇਸ਼ ਦੀ ਆਜ਼ਾਦੀ ਦਾ ਸੁਪਨਾ ਦੇਖਿਆ ਸੀ। ਅਸਲ ਮਾਇਨੇ 'ਚ ਜਿਹੜਾ ਗੁਲਾਮੀ ਦਾ ਵਿਚਾਰ ਸੀ ਨਾ ਉਹਨਾਂ ਨੂੰ ਦਿਨ ਰਾਤ ਬੇਚੈਨ ਕਰਦਾ ਸੀ ਕਿ ਸਾਡਾ ਦੇਸ਼ ਕਿਉਂ ਗੁਲਾਮ ਆ, ਕਿਉਂ ਅਸੀਂ ਅੰਗਰੇਜ਼ਾਂ ਦੇ ਥੱਲੇ ਲੱਗੇ ਹੋਏ ਆ। ਇਹ ਬੇਚੈਨੀ ਹੀ ਸੀ ਜਿਨ੍ਹਾਂ ਨੇ ਉਹਨਾਂ ਨੂੰ ਅੰਦਰ ਤੱਕ ਇਹ ਜਿਹੜਾ ਆ ਸੋਚਣ ਦੇ ਲਈ ਮਜਬੂਰ ਕੀਤਾ ਸੀ ਕਿ ਉਹਨਾਂ ਨੇ ਆਪਣੇ ਦੇਸ਼ ਨੂੰ ਆਜ਼ਾਦ ਕਿਵੇਂ ਕਰਾਉਣਾ ਆ। ਆਉਂਦੇ ਨੇ ਜੋ ਸਾਰੀ ਮਨੁੱਖਤਾ ਲਈ ਚੰਗੇ ਸੁਪਨੇ ਬੀਜਣ ਦਾ ਅਹਿਦ ਕਰਦੇ ਤੁਰੇ। ਸੋ ਇਹ ਜਿਹੜੇ ਬੇਚੈਨ ਲੋਕ ਸੀ ਉਹਨਾਂ ਨੇ ਕੀ ਕੀਤਾ ਸੀ, ਸਾਰੀ ਮਨੁੱਖਤਾ ਦੇ ਲਈ ਚੰਗੇ ਸੁਪਨੇ ਬੀਜਣ ਮਤਲਬ ਚੰਗਾ ਭਵਿੱਖ ਲਿਆਉਣ ਦੇ ਲਈ ਉਹਨਾਂ ਨੇ ਬਹੁਤ ਉਪਰਾਲੇ ਕੀਤੇ ਸੀ, ਬਹੁਤ ਯਤਨ ਕੀਤੇ ਸੀ। ਉਹਨਾਂ ਨੇ ਇਹ ਕੋਸ਼ਿਸ਼ਾਂ ਕੀਤੀਆਂ ਸੀ ਕਿ ਸਾਰੀ ਮਨੁੱਖਤਾ ਦੀ ਭਲਾਈ ਹੋਵੇ, ਭਾਵ ਜਿਹੜੀਆਂ ਗੁਲਾਮੀ ਦੀਆਂ ਜੰਜੀਰਾਂ ਆ ਉਹਨਾਂ ਨੂੰ ਤੋੜ ਕੇ ਚੰਗੇ ਸੁਪਨੇ ਮਤਲਬ ਆਜ਼ਾਦੀ ਲਿਆਂਦੀ ਜਾਵੇ। ਮਨੁੱਖ ਦਾ ਜਿਹੜਾ ਹੈ ਮਨੁੱਖਤਾ ਦੀ ਭਲਾਈ ਦੇ ਲਈ ਆਜ਼ਾਦੀ ਦਾ ਸੁਪਨਾ ਉਹਨਾਂ ਨੇ ਵੇਖਿਆ ਸੀ।
ਮਨੁੱਖ ਦੀ ਹੋਣੀ ਦੀ ਤਰਤੀਬ ਬਦਲਣ ਲਈ ਉਹਨਾਂ ਮਸ਼ਾਲਾਂ ਚੁੱਕੀਆਂ, ਔਰ ਸਾਡੇ ਲੋਕਾਂ ਦੀ ਕਿਸਮਤ ਬਦਲਣ ਲਈ, ਕਿਉਂਕਿ 200 ਸਾਲ ਸਾਡਾ ਦੇਸ਼ ਗੁਲਾਮ ਰਿਹਾ ਆ, ਪਰ ਇਸ ਕਿਸਮਤ ਨੂੰ ਬਦਲਣ ਦੇ ਲਈ ਉਹਨਾਂ ਨੇ ਕੀ ਕੀਤਾ ਸੀ, ਅੰਗਰੇਜ਼ਾਂ ਦੇ ਵਿਰੁੱਧ ਮਸ਼ਾਲਾਂ ਚੱਕੀਆਂ, ਭਾਵ ਬਗਾਵਤ ਕੀਤੀ ਅੰਗਰੇਜ਼ਾਂ ਦੇ ਵਿਰੁੱਧ। ਪਰ ਉਹਨਾਂ ਦਾ ਇਹ ਸੁਪਨਾ ਜਿਹੜਾ ਸੀ ਨਾ ਅੱਧ ਵਿਚਾਲੇ ਹੀ ਰਹਿ ਗਿਆ। ਕਿਉਂਕਿ ਆਜ਼ਾਦੀ ਤੋਂ ਪਹਿਲਾਂ ਹੀ ਬਹੁਤ ਸਾਰੇ ਦੇਸ਼ ਭਗਤਾਂ ਨੂੰ ਫਾਂਸੀ ਦੀ ਸਜ਼ਾ ਸੁਣਾ ਦਿੱਤੀ ਗਈ ਸੀ, ਕਈਆਂ ਨੂੰ ਕਾਲੇ ਪਾਣੀ ਦੀ ਸਜ਼ਾ ਸੁਣਾ ਦਿੱਤੀ ਗਈ ਸੀ। ਪਰ ਜਿਵੇਂ ਕਹਿੰਦੇ ਨੇ ਨਾ, ਉਹਨਾਂ ਦੀਆਂ ਅੱਖਾਂ ਦੀਆਂ ਝਿਮਨੀਆਂ ਵਿੱਚ ਸੂਹੀ ਸਵੇਰ ਮਤਲਬ ਚੰਗੀ ਸਵੇਰ ਰੱਤ ਬਣ ਕੇ ਫੈਲ ਗਈ। ਰੱਤ ਬਣ ਕੇ ਮਤਲਬ ਖੂਨ, ਕਿ ਉਹਨਾਂ ਦੀਆਂ ਅੱਖਾਂ ਦੇ ਵਿੱਚ ਜਿਹੜੀ ਇੱਕ ਚੰਗੀ ਸਵੇਰ ਦਾ ਸੁਪਨਾ ਸੀ ਨਾ, ਉਹ ਉਹਨਾਂ ਦੇ ਖੂਨ ਦੇ ਵਿੱਚ ਬਦਲ ਗਿਆ। ਪਹਿਲਾਂ ਹੀ ਉਹਨਾਂ ਨੂੰ ਫਾਂਸੀ ਤੇ ਚੜਾ ਦਿੱਤਾ ਗਿਆ। ਪਰ ਜਿੱਦਾਂ ਆਪਾਂ ਰਾਜੇ ਕਹਿੰਦੇ ਆ ਨਾ ਕਿ ਜਦੋਂ ਤੁਸੀਂ ਕਿਸੇ ਪੌਦੇ ਦੇ ਫਲ ਖਾਣੇ ਆ ਤਾਂ ਤੁਹਾਨੂੰ ਪਹਿਲਾਂ ਪੌਦਾ ਬੀਜਣਾ ਪੈਂਦਾ ਆ, ਉਸੇ ਤਰ੍ਹਾਂ ਹੀ ਇਹਨਾਂ ਦੇਸ਼ ਭਗਤਾਂ ਨੇ ਵੀ ਲੋਕਾਂ ਦੇ ਦਿਲਾਂ ਵਿੱਚ ਆਜ਼ਾਦੀ ਦਾ ਪੌਦਾ ਬੀਜ ਦਿੱਤਾ ਸੀ। ਲੋਕਾਂ ਨੂੰ ਇਹ ਸੋਚਣ ਲਈ ਮਜਬੂਰ ਕਰ ਦਿੱਤਾ ਸੀ ਕਿ ਉਹਨਾਂ ਨੇ ਅੰਗਰੇਜ਼ਾਂ ਤੋਂ ਦੇਸ਼ ਨੂੰ ਆਜ਼ਾਦ ਕਰਾਉਣਾ ਹੀ ਕਰਾਉਣਾ ਹੈ। ਇਸ ਕਰਕੇ ਲੋਕਾਂ ਦੇ ਮਨ ਵਿੱਚ ਜਿਹੜਾ ਹੈ ਨਾ, ਅੰਗਰੇਜ਼ਾਂ ਦੇ ਵਿੱਚ ਬਗਾਵਤ ਦੀ ਭਾਵਨਾ ਤਾਂ ਪੈਦਾ ਹੋ ਹੀ ਗਈ ਸੀ। ਮੈਨੂੰ ਇੱਕ ਇਨਕਲਾਬੀ ਦੇ ਕਹੇ ਸ਼ਬਦ ਚੇਤੇ ਆਉਂਦੇ ਨੇ, ਜਦੋਂ ਅਸੀਂ ਮਨੁੱਖੀ ਆਜ਼ਾਦੀ ਲਈ ਜੱਦੋ-ਜਹਿਦ ਮਤਲਬ ਲੜਾਈ ਸ਼ੁਰੂ ਕੀਤੀ ਤਾਂ ਸਾਨੂੰ ਡਾਕੂ ਕਿਹਾ ਗਿਆ। ਹੁਣ ਤੁਹਾਨੂੰ ਵੀ ਪਤਾ, ਡਾਕੂ ਜਿਹੜੇ ਅਚਾਨਕ ਹੀ ਡਾਕਾ ਮਾਰਦੇ ਨੇ। ਜਦੋਂ ਸਾਡੀ ਤਹਿਰੀਕ ਥੋੜੀ ਸਫਲ ਹੋਈ, ਮਤਲਬ ਜਦੋਂ ਉਹਨਾਂ ਨੂੰ ਉਹਨਾਂ ਦੇ ਕੰਮਾਂ ਵਿੱਚ ਸਫਲਤਾ ਮਿਲੀ, ਤਾਂ ਅਸੀਂ ਅੱਤਵਾਦੀ ਹੋ ਗਏ। ਹੁਣ ਇਹ ਜਿਹੜਾ ਅਟੈਕ ਕਿੱਦਾਂ ਕਰਦੇ ਸੀ, ਜਿਵੇਂ ਅੱਤਵਾਦੀ ਅਚਾਨਕ ਹਮਲਾ ਕਰਦੇ ਨਾ, ਇਸ ਤਰ੍ਹਾਂ ਇਹ ਹਮਲਾ ਕਰਦੇ ਸੀ। ਤੁਹਾਨੂੰ ਪਤਾ ਨਾ, ਜਦੋਂ ਲਾਲਾ ਲਾਜਪਤ ਰਾਏ ਨੂੰ ਸੋਟੀਆਂ ਦੇ ਨਾਲ ਮਾਰਿਆ ਗਿਆ ਸੀ, ਤਾਂ ਭਗਤ ਸਿੰਘ, ਚੰਦਰ ਸ਼ੇਖਰ ਆਜ਼ਾਦ, ਰਾਜਗੁਰੂ ਨੇ ਨਾ ਸਭ ਨੇ ਮਿਲ ਕੇ ਜਿਹੜਾ ਹੈ ਯੋਜਨਾ ਤਿਆਰ ਕੀਤੀ ਸੀ, ਔਰ ਉਹਨਾਂ ਨੇ ਅੱਤਵਾਦੀਆਂ ਵਾਂਗ ਜਿਹੜਾ ਹੈ ਨਾ ਸਕਾਟ ਨੂੰ ਮਾਰਨ ਦੀ ਤਿਆਰੀ ਕੀਤੀ ਸੀ। ਜਦੋਂ ਕਾਮਯਾਬੀ ਸਾਡੇ ਪੈਰ ਚੁੰਮਣ ਲੱਗੀ ਤਾਂ ਅਸੀਂ ਇਨਕਲਾਬੀ ਅਖਵਾਉਣ ਲੱਗੇ। ਜਦੋਂ ਅਸੀਂ ਲੜਾਈ ਜਿੱਤ ਲਈ, ਕੀ ਬਣੇ, ਦੇਸ਼ ਭਗਤ। ਔਰ ਜਦੋਂ ਇਹਨਾਂ ਨੂੰ ਫਾਂਸੀ ਤੇ ਚੜਾ ਦਿੱਤਾ ਗਿਆ ਤੇ ਉਦੋਂ ਇਹ ਕੀ ਅਖਵਾਏ, ਸ਼ਹੀਦ ਅਖਵਾਏ। ਸੋ ਇਹ ਜਿਹੜੀ ਉਹਨਾਂ ਦਾ ਕਹਿ ਲਓ ਸਫ਼ਰ ਸੀ ਨਾ, ਉਹ ਡਾਕੂ, ਫਿਰ ਅੱਤਵਾਦੀ, ਫਿਰ ਇਨਕਲਾਬੀ ਬਣੇ, ਦੇਸ਼ ਭਗਤ, ਤੇ ਅਖੀਰ ਵਿੱਚ ਜਿਹੜੇ ਸਾਨੂੰ ਛੱਡ ਕੇ ਚਲੇ ਗਏ ਉਹ ਸ਼ਹੀਦ। ਹਜੇ ਇੱਕ ਲੰਬੀ ਲੜਾਈ ਮਨੁੱਖ ਨੇ ਲੜਨੀ ਹੈ, ਸਾਂਝੇ ਸ਼ਹੀਦ ਪੈਦਾ ਕਰਨ ਲਈ ਮੇਰੇ ਬੇਟੇ। ਸਾਂਝੇ ਸ਼ਹੀਦ ਮੈਂ ਆਪਣੀ ਸੋਚ ਵਿੱਚੋਂ ਨਿਕਲਦਿਆਂ ਆਖਦਾ ਹਾਂ। ਸੋ ਲੇਖਕ ਆਪਣੇ ਮੁੰਡੇ ਨੂੰ ਕਹਿੰਦਾ ਆ ਕਿ ਜਿਹੜੀ ਸਾਂਝੇ ਸ਼ਹੀਦ ਹੈ ਨਾ, ਉਹ ਪੈਦਾ ਕਰਨ ਦੇ ਲਈ ਇੱਕ ਬਹੁਤ ਲੰਬੀ ਲੜਾਈ ਆ। ਇਹ ਛੋਟੀ ਲੜਾਈ ਨਹੀਂ ਹੈ, ਕਿਉਂਕਿ ਸਾਰੇ ਦੇਸ਼ਾਂ ਨੂੰ ਇੱਕ ਜਗ੍ਹਾ ਤੇ ਲਿਆਉਣਾ ਬਹੁਤ ਔਖਾ ਆ। ਹਰ ਦੇਸ਼ ਆਪਣੇ ਆਪ ਨੂੰ ਜਿਹੜਾ ਹੈ ਸਮਰਿੱਧ ਕਰਨਾ ਚਾਹੁੰਦਾ ਹੈ, ਤਾਕਤਵਰ ਬਣਨਾ ਚਾਹੁੰਦਾ ਹੈ, ਆਪਣੇ ਬਾਰੇ ਹੀ ਸੋਚਦਾ ਹੈ। ਇਸ ਕਰਕੇ ਸਾਰੀ ਦੁਨੀਆ ਦਾ ਇੱਕ ਸ਼ਹੀਦ ਪੈਦਾ ਕਰਨਾ ਬਹੁਤ ਔਖਾ ਆ, ਬਹੁਤ ਲੰਬੀ ਲੜਾਈ ਆ ਇਹ। ਕੌਣ ਲੜੇਗਾ ਇਹ ਲੜਾਈ ਡੈਡੀ? ਹੁਣ ਮੁੰਡਾ ਜਿਵੇਂ ਇਸ ਲੜਾਈ ਦੀ ਤਾਂਗ ਮਤਲਬ ਇੱਛਾ, ਤੂੰ ਵੀ ਲੜ ਸਕਦਾ, ਮੈਂ ਵੀ, ਤੇਰੇ ਬੱਚੇ, ਸ਼ਾਇਦ ਉਹਨਾਂ ਦੇ ਬੱਚੇ, ਅੰਤਿਮ ਤੇ ਫੈਸਲਾ ਕੁਨ ਲੜਾਈ। ਸੋ ਇੱਥੋਂ ਸਾਫ਼ ਜ਼ਾਹਿਰ ਹੁੰਦਾ ਆ ਕਿ ਇਹ ਲੜਾਈ ਲੜਨ ਨੂੰ ਪੁਸ਼ਤਾਂ ਲੱਗ ਜਾਣੀਆਂ ਨੇ। ਲੇਖਕ ਕਹਿੰਦਾ ਨਾ ਕਿ ਇਹ ਲੜਾਈ ਤੂੰ, ਤੇਰੇ ਬੱਚੇ, ਸ਼ਾਇਦ ਉਹਨਾਂ ਦੇ ਵੀ ਬੱਚੇ, ਮਤਲਬ 3-4 ਪੀੜ੍ਹੀਆਂ ਤੱਕ ਇਹ ਲੜਾਈ ਲੰਬੀ ਚੱਲਣੀ ਹੈ ਸਾਂਝੇ ਸ਼ਹੀਦਾਂ ਨੂੰ। ਇਹ ਕੋਈ ਸੌਖਾ ਕੰਮ ਨਹੀਂ ਹੈ। ਮੇਰਾ ਜਵਾਬ ਸੁਣ ਕੇ ਮੁੰਡਾ ਚੁੱਪ ਹੋ ਗਿਆ। ਸ਼ਾਇਦ ਉਹ ਲੜਾਈ ਦੀ ਤਿਆਰੀ ਬਾਰੇ ਸੋਚਣ ਲੱਗ ਪਿਆ। ਕਈ ਦਿਨ ਇੰਝ ਹੀ ਬੀਤ ਗਏ। ਮੁੰਡੇ ਵਿੱਚ ਕਾਫੀ ਤਬਦੀਲੀ ਆਉਣ ਲੱਗ ਪਈ ਸੀ। ਉਹ ਲੋੜ ਨਾਲੋਂ ਜ਼ਿਆਦਾ ਗੰਭੀਰ ਰਹਿਣ ਲੱਗ ਪਿਆ ਸੀ। ਨਿੱਕੀ ਨਿੱਕੀ ਗੱਲ ਨੂੰ ਪੁੰਨਣ ਛਾਨਣ ਲੱਗ ਪਿਆ ਸੀ। ਇੱਕ ਦਿਨ ਕਹਿਣ ਲੱਗਾ, ਪੁੰਨਣ ਛਾਨਣ ਹੁੰਦਾ ਸੋਚ ਵਿਚਾਰ ਕਰਨੀ। ਉਹਦਾ ਮੁੰਡਾ ਜਿਹੜਾ ਆ ਹੁਣ ਗੱਲਾਂ ਨੂੰ ਬੜੀ ਹੀ ਸੋਚ ਵਿਚਾਰ ਨਾਲ, ਗੰਭੀਰਤਾ ਦੇ ਨਾਲ ਲੈਣ ਲੱਗ ਪਿਆ ਸੀ। ਡੈਡੀ ਆਪਣਾ ਗੁਆਂਢੀ ਰਾਮ ਲਾਲ ਸ਼ਹੀਦ ਹੋ ਗਿਆ। ਸੋ ਇੱਥੇ ਤੁਸੀਂ ਬੇਟਾ ਇੱਕ ਗੱਲ ਯਾਦ ਰੱਖਣੀ ਆ ਕਿ ਲੇਖਕ ਨੇ ਆਪਣੇ ਮੁੰਡੇ ਨੂੰ ਕਿਹਾ ਸੀ ਕਿ ਇਹ ਇੱਕ ਲੰਬੀ ਲੜਾਈ ਆ, ਜਿਹੜਾ ਇਹ ਲੜਾਈ ਲੜੇਗਾ ਉਹ ਸ਼ਹੀਦ ਅਖਵਾਏਗਾ। ਹੁਣ ਜਿਹੜਾ ਆ, ਜਦੋਂ ਉਹਨਾਂ ਦਾ ਗੁਆਂਢੀ ਰਾਮ ਲਾਲ ਮਰਿਆ ਨਾ, ਤਾਂ ਲੇਖਕ ਦੇ ਮੁੰਡੇ ਨੇ ਇੱਕੋ ਹੀ ਰੱਟ ਫੜੀ ਹੋਈ ਸੀ ਕਿ ਉਹ ਸ਼ਹੀਦ ਹੋਇਆ। ਬੇਟੇ, ਰਾਮ ਲਾਲ ਸ਼ਹੀਦ ਨਹੀਂ ਹੋਇਆ, ਮਰਿਆ ਹੈ, ਉਹਦੀ ਮੌਤ ਹੋ ਗਈ ਹੈ, ਮਰ ਗਿਆ ਰਾਮ ਲਾਲ। ਨਹੀਂ ਡੈਡੀ, ਰਾਮ ਲਾਲ ਸ਼ਹੀਦ ਹੋਇਆ। ਮੇਰਾ ਮੁੰਡਾ ਬਾਰ-ਬਾਰ ਆਖੀ ਜਾ ਰਿਹਾ ਸੀ, ਮੰਨਣ ਵਿੱਚ ਹੀ ਨਹੀਂ ਸੀ ਆ ਰਿਹਾ। ਉਹ ਕਿਵੇਂ? ਆਖਰ ਮੈਂ ਤੰਗ ਆ ਕੇ ਪੁੱਛਿਆ। ਉਹਦੀ ਘਰਵਾਲੀ ਮੁਹੱਲੇ ਦੀਆਂ ਤੀਵੀਆਂ ਨੂੰ ਦੱਸ ਰਹੀ ਸੀ ਬਈ ਉਹ ਜਿੰਨਾ ਚਿਰ ਜਿਉਂਦਾ ਰਿਹਾ, ਬਿਮਾਰੀ, ਗਰੀਬੀ ਤੇ ਭੁੱਖ ਨਾਲ ਘੁਲਦਾ ਰਿਹਾ ਤੇ ਅਖੀਰ ਮੁੱਕ ਗਿਆ ਲੜਦਾ। ਸੋ ਦੇਖੋ, ਇੱਥੇ ਸਾਫ਼ ਲਾਈਨਾਂ ਆ ਗਈਆਂ ਕਿ ਜਦੋਂ ਲੇਖਕ ਦੀ ਪਤਨੀ ਆਖਦੀ ਹੈ ਨਾ ਕਿ ਉਹ ਜਿੰਨੀ ਦੇਰ ਜਿਉਂਦਾ ਰਿਹਾ, ਉਹਨੂੰ ਕਿਹੜੀਆਂ ਸਮੱਸਿਆਵਾਂ ਨੇ ਘੇਰੀ ਰੱਖਿਆ? ਬਿਮਾਰੀ ਨੇ,
ਗਰੀਬੀ ਨੇ ਤੇ ਭੁੱਖਮਰੀ ਨੇ। ਔਰ ਇਹਨਾਂ ਤਿੰਨਾਂ ਸਮੱਸਿਆਵਾਂ ਦੇ ਨਾਲ ਅਖੀਰ ਲੜਦਾ ਲੜਦਾ ਕੀ ਹੋਇਆ, ਉਹ ਮਰ ਗਿਆ। ਸੋ ਲੇਖਕ ਦੇ ਮੁੰਡੇ ਨੇ ਤਾਂ ਇੱਕੋ ਹੀ ਗੱਲ ਸਮਝੀ ਸੀ ਨਾ ਕਿ ਜਿਹੜਾ ਲੜਦਾ ਲੜਦਾ ਮਰੇਗਾ ਉਹ ਕੀ ਅਖਵਾਏਗਾ, ਸ਼ਹੀਦ ਅਖਵਾਏਗਾ। ਸੋ ਉਹਨੂੰ ਇਸ ਤਰ੍ਹਾਂ ਲੱਗਾ ਕਿ ਇਹ ਜਿਹੜੀਆਂ ਸਮੱਸਿਆਵਾਂ ਹੈ ਨਾ, ਇਹ ਸਾਡੀਆਂ ਮੁੱਖ ਸਮੱਸਿਆਵਾਂ ਨੇ ਅੱਜ ਕੱਲ੍ਹ ਜੋ ਮੌਜੂਦਾ ਆ। ਮੈਕਸੀਮਮ ਜਿਹੜਾ ਹੈ ਮਨੁੱਖ ਨੂੰ ਕਿਸ ਚੀਜ਼ ਨੇ ਘੇਰਿਆ ਹੋਇਆ, ਬਿਮਾਰੀ ਨੇ। ਬਹੁਤ ਬਿਮਾਰੀ ਫੈਲ ਰਹੀ ਆ, ਗਰੀਬੀ। ਔਰ ਜੇ ਗਰੀਬੀ ਹੈ ਤਾਂ ਤੁਹਾਨੂੰ ਪਤਾ ਹੈ ਭੁੱਖਮਰੀ ਤਾਂ ਖਤਮ ਹੋ ਹੀ ਨਹੀਂ ਸਕਦੀ ਜਦੋਂ ਤੱਕ ਗਰੀਬੀ ਹੈ। ਸੋ ਜਦੋਂ ਤੱਕ ਇਹ ਸਮੱਸਿਆਵਾਂ ਜੜੋਂ ਖਤਮ ਨਹੀਂ ਹੁੰਦੀਆਂ ਉਦੋਂ ਤੱਕ ਅਸੀਂ ਕਿੱਦਾਂ ਜਿਹੜਾ ਹੈ ਸੋਚ ਸਕਦੇ ਹਾਂ ਕਿ ਕੋਈ ਸਾਂਝਾ ਸ਼ਹੀਦ ਹੋ ਸਕਦਾ ਹੈ। ਮੇਰੀਆਂ ਅੱਖਾਂ ਵਿੱਚ ਬਿਜਲੀ ਚਮਕਣ ਲੱਗ ਪਈ। ਪਲ ਦੀ ਪਲ ਮੈਨੂੰ ਜਾਪਿਆ ਜਿਵੇਂ ਮੁੰਡੇ ਨੂੰ ਅਮੁੱਕ ਲੜਾਈ, ਅਮੁੱਕ ਦੀ ਕਦੀ ਨਾ ਖਤਮ ਹੋਣ ਵਾਲੀ ਸਮਝ ਪੈ ਗਈ ਹੋਵੇ ਜੋ ਸਾਡੇ ਸਾਂਝੇ ਸ਼ਹੀਦਾਂ ਨੇ ਹਜੇ ਲੜਨੀ ਹੈ। ਸੋ ਲੇਖਕ ਦੇ ਮੁੰਡੇ ਨੂੰ ਇਸ ਗੱਲ ਦੀ ਸਮਝ ਆ ਗਈ ਸੀ ਕਿ ਇਹ ਲੜਾਈ ਜਿਹੜੀ ਹੈ ਨਾ ਉਹ ਕਦੇ ਵੀ ਖਤਮ ਹੋਣ ਵਾਲੀ ਨਹੀਂ ਹੈ, ਕਿਉਂਕਿ ਇਹ ਸਮੱਸਿਆਵਾਂ ਨੂੰ ਜੜੋਂ ਖਤਮ ਕਰਨਾ ਬਹੁਤ ਹੀ ਔਖਾ ਆ। ਕਿਉਂਕਿ ਇੱਕ ਸਮੱਸਿਆ ਦੂਜੀ ਸਮੱਸਿਆ ਨੂੰ ਜਨਮ ਦਿੰਦੀ ਹੈ। ਜੇਕਰ ਇੱਕ ਸਮੱਸਿਆ ਨੂੰ ਅਸੀਂ ਖਤਮ ਕਰਨ 'ਚ ਸਫਲ ਵੀ ਹੋ ਜਾਵਾਂਗੇ ਨਾ ਤਾਂ ਉਹਦੀ ਜਗ੍ਹਾ 'ਤੇ ਕੋਈ ਹੋਰ ਸਮੱਸਿਆ ਜਿਹੜੀ ਆ ਉਹ ਜਨਮ ਲੈ ਲਵੇਗੀ। ਔਰ ਵੈਸੇ ਵੀ ਸਾਰੀ ਦੁਨੀਆ ਨੂੰ ਇੱਕ ਜਗ੍ਹਾ ਇਕੱਠੇ ਕਰਨਾ ਤਾਂ ਸੰਭਵ ਹੀ ਨਹੀਂ ਹੈ। ਸੋ ਇਹ ਲੜਾਈ ਜਿਹੜੀ ਹੈ ਨਾ ਅਮੁੱਕ ਲੜਾਈ ਹੈ, ਕਦੇ ਵੀ ਨਹੀਂ ਖਤਮ ਹੋਣੀ। ਇੰਨਾ ਜ਼ਰੂਰ ਹੈ ਕਿ ਸ਼ਹੀਦਾਂ ਦੀ ਸੂਚੀ ਬਦਲਦੀ ਰਹੇਗੀ, ਸ਼ਹੀਦਾਂ ਦਾ ਨਾਮ ਬਦਲਦਾ ਰਹੇਗਾ, ਪਰ ਇਹ ਲੜਾਈ ਜਿਹੜੀ ਹੈ ਉਹ ਕਦੇ ਵੀ ਖਤਮ ਹੋਣ ਵਾਲੀ ਨਹੀਂ ਹੈ। ਕੋਈ ਅਜਿਹੀ ਲੜਾਈ ਜਿਹੜੀ ਆ ਉਹ ਨਹੀਂ ਹੈ ਜਿਹਦੇ ਵਿੱਚ ਅਸੀਂ ਸਾਂਝੇ ਸ਼ਹੀਦ ਪੈਦਾ ਕਰ ਸਕੀਏ। ਠੀਕ ਹੈ, ਸੋ ਇਸ ਤਰ੍ਹਾਂ ਤੁਸੀਂ ਜਿਹੜਾ ਹੈ ਸਟੋਰੀ ਨੂੰ ਖਤਮ ਕਰੋਗੇ। ਇੱਕ ਵਾਰੀ ਜਿਹੜਾ ਹੈ ਅੱਛੀ ਤਰ੍ਹਾਂ ਤੁਸੀਂ ਪੜ੍ਹ ਲੈਣਾ ਆ ਔਰ ਅਗਲੀ ਵੀਡੀਓ ਦੇ ਵਿੱਚ ਜਿਹੜਾ ਆ ਆਪਾਂ ਇਹਦੇ ਕੁਐਸਚਨਸ ਡਿਸਕਸ ਕਰਾਂਗੇ। ਠੀਕ ਹੈ ਰਾਜੇ, ਓਕੇ।